अस्सलाम वालेकुम जी। मेरा नाम बशीर, उम्मीद करदा तुस सारे ठीक ठाक होवोगे। अच्छा जी, दोगली बकरी ते ब्रीड ये दो अलग अलग शै। मेरा वीर नਵੇਂ फार्मरां ਲਈ ਇਹ बड़ा अहम सवाल आ भी दोगली बकरी ते ब्रीड। अगर कोई बंदा मेरा वीर ओवरसीज़ पाकिस्तानी या पाकिस्तानी आण के काम करना चाहता, क्या ਉਹਨੂੰ ਬਰੀਡ ਤੇ ਕੰਮ ਕਰਨਾ ਚਾਹੀਦਾ ਜਾਂ ਦੋਗਲੀ ਬੱਕਰੀ ਤੇ ਕੰਮ ਕਰਨਾ ਚਾਹੀਦਾ? ਤੇ ਮੇਰਾ ਜਵਾਬ ਇਹ ਹੋਏਗਾ ਵੀ ਦੋਗਲੀ ਬੱਕਰੀ ਤੇ। अगर किसी बंदे को, किसी मेरे वीर को तजर्बा है भी ओवरसीज़ हो गया लेकिन उसको तजर्बा है, सरमाया भी है, तो वह ब्रीड ते काम कर सकता, कोई मसला नहीं। ब्रीड का ते दोगली बकरी का फर्क की आ? ये मेरा वीर फर्क ये आ, दोगली बकरी असी जदों भी चाहिए सेल कर सकते हैं, जिथों चाहिए लै सकते हैं। थोड़े खर्चे ते असी अच्छी प्रोडक्शन लै सकते हैं, अच्छे थोड़ी इन्वेस्टमेंट तो ज़्यादा प्रॉफिट कमा सकते हैं। इनू कहते हैं दोगली बकरी। आ जिहड़ियां मेरे पिछे फिरदियां पईयां इनू कहते हैं ब्रीड। हर बंदे नू पता, लोग कहते हैं रशियन टैडी, लेकिन मैं अगे भी वीडियो च गया भी मैं नहीं कहना, लोग कहते हैं। चलो मेरे को पहला ही सीगे, मैं कहना ठीक है, लेकिन मैं हर बंदे नू यह गल दसदा भी मैं ये बकरियां सेल नहीं करता, क्योंकि मेरे इलाके चो ये मिलदियां नहीं। मैं सिर्फ शौक लिए रखियां सी, ते मैं सिर्फ अपना शौक ही पूरा करदा। अल्लाह ने गुंजाइश दी, अल्लाह ने ਇਹਦੇ ਵਿੱਚ ਵਾਹਵਾ ਸਾਰੀਆਂ ਕਰ ਦਿੱਤੀਆਂ ਤੇ ਫਿਰ ਬਿਲਕੁਲ ਸੇਲ ਕਰ ਲਾਂਗੇ। ਲੇਕਿਨ ਸੇਲ ਵੀ ਕਰਾਂਗੇ ਤੇ ਫਿਰ ਲੋਕਾਂ ਨੂੰ ਦੱਸਾਂਗੇ ਵੀ ਵਾਕਈ ਸੇਲ ਹੁੰਦੀ ਪਈ ਆ, ਫਲਾਨਾ ਬੰਦਾ ਰਿਆਨ ਬਸ਼ੀਰ ਬੱਕਰੀ ਸੇਲ ਕਰਦਾ, ਚਸ ਕਰਾ ਦਿੰਦਾ। ਇਹ ਗੱਲ ਮੈਂ ਔਨ ਦਾ ਰਿਕਾਰਡ ਕੈਮਰੇ ਦੇ ਅੱਗੇ ਬਹਿ ਕੇ ਕਹਿ ਰਿਹਾ ਵੀ ਬਿਲ ਫਰਜ਼ ਅਗਰ ਲੋਕ ਇਹ ਬੱਕਰੀ ਜਿਹੜੀ ਮੇਰੇ ਪਿੱਛੇ ਤੁਸੀਂ ਨਜ਼ਰ ਦੇਖਦੇ ਪਏ ਹੋ, ਜਿਹਨੂੰ ਰਸ਼ੀਅਨ ਟੈਡੀ ਦਾ ਨਾਂ ਦਿੱਤਾ ਗਿਆ ਵਾ, ਅਗਰ ਲੋਕ ਇਹ 60-70 ਹਜ਼ਾਰ ਦੀ ਵੇਚਣਗੇ ਤੇ ਰਿਆਨ ਬਸ਼ੀਰ ਵੇਚੂਗਾ 55 ਦੀ, 50 ਦੀ, 55 ਦੀ, 50 ਦੀ। ਲੋਕਾਂ ਨਾਲੋਂ 5-10 ਹਜ਼ਾਰ ਰੁਪਇਆ ਘੱਟ ਹੋਏਗਾ। ਬਰੀਡ ਦਾ ਗੱਲ ਕਰਦੇ ਪਏ ਸੀ, ਬਰੀਡ ਤੇ ਦੋਗਲੀ। ਦੋਗਲੀ ਦੀ ਆਪਾਂ ਗੱਲ ਕਰ ਲਈ ਕੰਪਲੀਟ, ਹੁਣ ਆਪਾਂ ਆਉਂਦੇ ਹਾਂ ਬਰੀਡ ਵੱਲ। ਮੇਰਾ ਵੀਰ ਬਰੀਡ ਤੇ ਖਰਚਾ ਵੀ ਜ਼ਿਆਦਾ ਹੁੰਦਾ, ਬਰੀਡ ਤੇ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ। ਬਰੀਡ ਤੇ ਸਾਨੂੰ ਕੰਮ ਕਰਨ ਲਈ ਕਮ ਜ਼ ਕਮ 5 ਤੋਂ 6 ਸਾਲ ਲੱਗ ਜਾਂਦੇ ਆ, ਬਰੀਡ ਇੰਪਰੂਵ ਕਰਦਿਆਂ। ਬਰੀਡਿੰਗ ਲਈ ਟਨਿਓਰ ਬਹੁਤ ਲੰਬਾ। ਉਹਦੀ ਕੀ ਵਜ੍ਹਾ? ਦੋਗਲੀ ਬੱਕਰੀ ਬਿਲਫਰਜ਼ ਅਸੀਂ ਮੰਡੀੋਂ ਲੈ ਕੇ ਆਉਂਦੇ ਜਾਂ ਕਿਸੇ ਘਰ ਚੋਂ ਲੈ ਕੇ ਆਏ, ਅਸੀਂ ਉਹਦਾ ਨਹੀਂ ਪੁੱਛਦੇ ਵੀ ਇਹਦਾ ਬਾਪ ਕਿੱਦਾਂ ਦਾ, ਇਹਦੀ ਮਾਂ ਕਿੱਦਾਂ ਦੀ, ਇਹਦਾ ਦਾਦਾ ਕਿੱਦਾਂ ਦਾ, ਇਹਦਾ ਲੱਕੜ ਦਾਦਾ ਕਿੱਦਾਂ ਦਾ, ਇਹਦੀ ਲੱਕੜ ਦਾਦੀ ਕਿੱਦਾਂ ਦੀ, ਇਹ ਨਹੀਂ ਅਸੀਂ ਪੁੱਛਦੇ। ਸਾਨੂੰ ਸਿਰਫ ਬੱਕਰੀ ਚਾਹੀਦੀ ਹੁੰਦੀ, ਅਸੀਂ ਬੱਕਰੀ ਲੈ ਆਉਂਦੇ। ਲੇਕਿਨ ਜਦੋਂ ਅਸੀਂ ਬਰੀਡ ਤੇ ਕੰਮ ਕਰਾਂਗੇ, ਸਾਨੂੰ ਫਿਰ ਨਸਲ ਦਰ ਨਸਲ ਪਿੱਛੇ ਨੂੰ ਜਾਣਾ ਪੈਣਾ, ਪਿੱਛੇ ਨੂੰ ਜਾਣਾ ਪੈਣਾ। ਉੱਥੋਂ ਸਾਨੂੰ ਜਾ ਕੇ ਦੇਖਣਾ ਪੈਣਾ ਕਿਆ ਬੱਕਰਾ ਕਿੱਦਾਂ ਦਾ ਸੀ, ਉਹਦੀ ਮਾਂ ਕਿੱਦਾਂ ਦੀ ਸੀ, ਬੱਕਰੇ ਦੀ ਦਾਦੀ ਕਿੱਦਾਂ ਦੀ ਸੀ, ਬੱਕਰੇ ਦੀ ਨਾਨੀ ਕਿੱਦਾਂ ਦੀ ਸੀ। ਇਹ ਮਤਲਬ ਇੱਕ ਸ਼ਜਰਾ ਬਣ ਜਾਂਦਾ ਪਿੱਛੇ ਪਿੱਛੇ ਤਾਈਂ। ਅਸੀਂ ਫਿਰ ਉਸ ਬੱਕਰੇ ਨੂੰ ਜਾਂ ਉਸ ਬੱਕਰੀ ਨੂੰ ਐਕਸਪੈਰੀਮੈਂਟ ਕਰਦਿਆਂ 3-4 ਸਾਲ ਕੱਢ ਦਿੰਦੇ ਹਾਂ। ਅਗਰ ਤੁਹਾਡੇ ਕੋਲ ਜੇ ਤੁਸੀਂ ਬਿਲਫਜ਼ ਕਿਤੋਂ ਬਰੀਡ ਲੈ ਕੇ ਆਉਂਦੇ ਆ ਤਾਂ ਉਹਦਾ ਮਤਲਬ ਇਹ ਨਹੀਂ ਵੀ ਉਹ ਪਿਓਰ ਹੋਏਗੀ। ਤੁਸੀਂ ਆਣ ਕੇ ਘਰ ਇੰਪਰੂਵ ਕਰਨਾ ਉਹਨੂੰ। ਮਤਲਬ ਅੱਜ ਤੋਂ 5 ਸਾਲ ਬਾਅਦ ਜਿਹੜਾ ਤੁਹਾਡੇ ਕੋਲ ਨਰ ਹੋਏਗਾ ਤੁਹਾਡੀ ਆਪਣੀ ਬਰੀਡ ਦਾ ਹੋਵੇ, ਤਾਂ ਤੁਸੀਂ ਕਾਮਯਾਬ ਫਾਰਮਰ ਬਣ ਸਕਦੇ ਹੋ, ਤਾਂ ਕਰਕੇ ਤੁਸੀਂ ਬਰੀਡ ਤੇ ਕੰਮ ਕਰ ਸਕਦੇ ਹੋ। ਹਰ ਬੰਦਾ ਮੇਰਾ ਵੀਰ ਬਰੀਡ ਦਾ ਖਰਚੇ ਨਹੀਂ ਕਰ ਸਕਦਾ, ਬਰੀਡਿੰਗ ਤੇ ਕੰਮ ਨਹੀਂ ਕਰ ਸਕਦਾ। ਹਰ ਬੰਦਾ ਬਰੀਡਿੰਗ ਨੂੰ ਟਾਈਮ ਨਹੀਂ ਦੇ ਸਕਦਾ। ਬਰੀਡਿੰਗ ਲਈ ਟਾਈਮ ਵੀ ਚਾਹੀਦਾ, ਬਰੀਡਿੰਗ ਲਈ ਮੁਸ਼ੱਕਤ ਵੀ ਚਾਹੀਦੀ, ਬਰੀਡਿੰਗ ਲਈ ਖਰਚਾ ਵੀ ਚਾਹੀਦਾ, ਤੇ ਟਾਈਮ ਵੀ ਚਾਹੀਦਾ, ਤੇ ਪ੍ਰੋਫਿਟ ਉਹਦੇ ਵਿੱਚ ਕੋਈ ਨਹੀਂ ਹੁੰਦਾ। ਹਾਜ਼ਰ ਮੌਕੇ ਪ੍ਰੋਫਿਟ ਨਹੀਂ ਹੁੰਦਾ, ਜੋ ਮਰਜ਼ੀ ਕਰ ਲਈ ਬਿਲ ਫਰਜ਼। ਸਾਡੇ ਇਲਾਕੇ, ਮੇਰਾ ਜ਼ਿਲ੍ਹਾ ਬਹਾਵਲਨਗਰ, ਤਹਿਸੀਲ ਮੇਰੀ ਚਿਸ਼ਤੀਆਂ, ਪਿੰਡ ਮੇਰਾ 140 ਮੁਰਾਦ। ਸਾਡੀ ਤਹਿਸੀਲ ਦੇ ਵਿੱਚ ਬੜੇ ਬੜੇ ਲੋਕਾਂ ਕੋਲ ਬਰੀਡ ਖੜੀ ਆ। ਮੱਖੀ ਚੀਨੀ, ਜਿਹਨੂੰ ਜ਼ਿਲ੍ਹਾ ਬਹਾਵਲਨਗਰ ਦੀ ਮਦਰਸਾ ਮੰਡੀ ਦੀ ਮੱਖੀ ਚੀਨੀ ਬਰੀਡ ਕਹਿੰਦੇ ਆ, ਉਹ ਮੱਖੀ ਚੀਨੀ ਬਰੀਡ ਖੜੀ ਆ। ਮੈਂ ਵੀ ਅੱਜ ਤੋਂ ਕੋਈ 2018-17 ਦੇ ਵਿੱਚ, 19 ਦੇ ਵਿੱਚ ਮੈਂ ਵੀ ਬਰੀਡ ਤੇ ਹੀ ਕੰਮ ਕੀਤਾ ਸੀ, ਮੱਖੀ ਚੀਨੀ ਤੇ।
ਲੇਕਿਨ ਉਹਦੇ ਲਈ ਮੈਨੂੰ ਬਹੁਤ ਮੁਸ਼ਕਲਾਤ ਉਠਾਉਣੀਆਂ ਪਈਆਂ। ਮੈਂ ਜਦੋਂ ਬੱਕਰੀ ਸੇਲ ਕਰਨੀ ਸੀ ਮਾਰਕੀਟ ਦੇ ਵਿੱਚ ਕਸਾਈ ਆਣ ਕੇ ਗੋਸ਼ਤ ਦਾ ਹੀ ਮੁੱਲ ਲਾਉਂਦੇ ਸੀ, ਜਿਹਦੀ ਵਜ੍ਹਾ ਤੋਂ ਮੈਂ ਬਰੀਡ ਤੋਂ ਪਿੱਛੇ ਹਟ ਗਿਆ। ਅੱਛਾ, ਦੋਗਲੀ ਬੱਕਰੀ ਜਦੋਂ ਮਰਜ਼ੀ ਅਸੀਂ ਸੇਲ ਕਰ ਲੈਂਦੇ ਹਾਂ, ਜਦੋਂ ਮਰਜ਼ੀ ਦਿਲ ਕਰਦਾ ਉਦੋਂ ਵੇਚ ਲੈਂਦੇ ਹਾਂ, ਤੇ ਗੋਸ਼ਤ ਦੇ ਮੁੱਲੇ ਵਿਕ ਜਾਂਦੀ ਆ। ਲੈ ਵੀ ਆਉਂਦੇ ਹਾਂ ਤੇ ਅਸੀਂ ਗੋਸ਼ਤ ਦੇ ਮੁੱਲੇ ਲੈ ਆਉਂਦੇ ਹਾਂ, ਬੱਚੇ ਲੈਂਦੇ ਹਾਂ, ਮੁੜ ਕੇ ਫਿਰ ਗੋਸ਼ਤ ਦੇ ਮੁੱਲੇ ਵੇਚ ਦਿੰਦੇ ਹਾਂ। ਇਹ ਉਹ ਇੱਕ ਅਲੱਗ ਜਿਹੜੀ ਕੈਟਾਗਰੀ ਆ ਦੋਗਲੀ ਬੱਕਰੀ ਵਾਲੀ। ਤੇ ਬਰੀਡ ਤੇ ਮੇਰਾ ਵੀਰ ਕੰਮ ਕਰਨ ਲਈ ਅਗਰ ਤੁਹਾਡੇ ਕੋਲ ਪੈਸਾ ਹੈ, ਅਗਰ ਤੁਹਾਡੇ ਕੋਲ ਟਾਈਮ ਹੈ, ਅਗਰ ਤੁਹਾਡੇ ਕੋਲ ਇਸ ਗੱਲ ਦੀ ਬਰਦਾਸ਼ਤ ਸਬਰ ਹੈ ਵੀ ਕੋਈ 2-4 ਸਾਲ 5 ਸਾਲ ਨਾ ਵੀ ਪੈਸਾ ਕਮਾ ਹੋਵੇ ਤੇ ਕੋਈ ਮਸਲਾ ਨਹੀਂ, ਸਰਕਟ ਚੱਲਦਾ, ਤੇ ਫਿਰ ਤੁਸੀਂ ਬਿਲਕੁਲ ਬਰੀਡ ਤੇ ਕੰਮ ਕਰ ਸਕਦੇ ਹੋ। ਅਦਰਵਾਈਜ਼ ਤੁਸੀਂ ਬਰੀਡ ਤੇ ਕੰਮ ਨਹੀਂ ਕਰ ਸਕਦੇ ਔਰ ਨਾ ਹੀ ਕਰਨਾ ਚਾਹੀਦਾ। ਜਿਸ ਤਰ੍ਹਾਂ ਦਾ ਵਕਤ ਚੱਲ ਰਿਹਾ, ਦੌਰ ਚੱਲਦਾ ਪਿਆ, ਦੌਰ ਤੇ ਖੈਰ ਪੁਰਾਣਾ ਹੀ ਆ, ਲੇਕਿਨ ਵਕਤ ਜਿਸ ਤਰ੍ਹਾਂ ਦਾ ਵਕਤ ਚੱਲਦਾ ਪਿਆ ਮੇਰੇ ਵੀਰੋ, ਅੱਜ ਘਰਾਂ ਦੇ ਖਰਚੇ ਬਹੁਤ ਜ਼ਿਆਦਾ ਹੋ ਗਏ, ਪ੍ਰੋਫਿਟ ਥੋੜੇ ਹੋ ਗਿਆ, ਖਰਚੇ ਬਹੁਤੇ ਹੋ ਗਏ। ਹਰ ਘਰ ਮੁਸ਼ਕਲਾਤ, ਹਰ ਘਰ ਟੈਨਸ਼ਨਾਂ ਬਣੀਆਂ ਪਈਆਂ। ਇਹਨੂੰ ਹੱਲ ਕਰਨ ਲਈ ਆਖਰ ਸਾਨੂੰ ਕੋਈ ਨਾ ਕੋਈ ਤਾਂ ਕਦਮ ਚੱਕਣਾ ਪੈਣਾ, ਜਿਹਦੀ ਵਜ੍ਹਾ ਤੋਂ ਅਸੀਂ ਆਪਣੇ ਘਰ ਦੇ ਕਮ ਸੇ ਕਮ ਹਾਲਾਤ ਸੈੱਟ ਕਰ ਸਕੀਏ। ਹੋਰ ਤਾਂ ਅਸੀਂ ਕਿਸੇ ਨੂੰ ਕੀ ਸੈੱਟ ਕਰਨਾ, ਅਸੀਂ ਆਪਣੇ ਘਰ ਦੇ ਹਾਲਾਤ ਹੀ ਸੈੱਟ ਕਰ ਲਈਏ। ਇਹ ਮੇਰਾ ਵੀਰ ਹਰ ਇੱਕ 18 ਸਾਲ ਦੀ 20 ਸਾਲ ਤੋਂ ਉੱਪਰ ਜਿਹੜਾ ਬੱਚਾ ਜਿਹੜਾ ਵੀ ਆ, ਉਹਨੂੰ ਇਸ ਗੱਲ ਦੀ ਫਿਕਰ ਹੈ। ਤੇ ਗਾਂ ਤਾਂ ਫਿਰ ਜਿੱਦਾਂ ਜਿੱਦਾਂ ਮਰਜ਼ੀ ਉੱਪਰ ਜਾਓ। ਤੇ ਬਰੀਡ ਤੇ ਮੈਂ ਇਸ ਤੋਂ ਕਹਿੰਦਾ ਵੀ ਬਰੀਡ ਤੇ ਕੰਮ ਨਾ ਕਰਿਓ। ਦੇਖੋ ਜਾਨਵਰ ਬਹੁਤ ਸੋਹਣੇ ਲੱਗਦੇ ਆ, ਬਰੀਡ ਵਾਲੇ ਜਾਨਵਰ ਬਹੁਤ ਸੋਹਣੇ ਲੱਗਦੇ ਆ ਕਿਉਂਕਿ ਪਿਓਰ ਹੁੰਦੇ ਆ। ਦੂਸਰੇ ਨੰਬਰ ਤੇ ਉਹਨਾਂ ਦੀ ਕੱਦ ਸ਼ਾਨਾਂ ਬਹੁਤ ਹੁੰਦੀਆਂ। ਹੁਣ ਬਿਲਫਰਜ਼ ਆਹ ਬਰੀਡ ਜਿਹਨੂੰ ਰਸ਼ੀਅਨ ਟੈਡੀ ਦਾ ਨਾਂ ਦਿੱਤਾ ਗਿਆ ਵਾ, ਕੱਦ ਇਹਨਾਂ ਦੇ ਬਿਲਕੁਲ ਮਾਮੂਲ ਦੇ ਮੁਤਾਬਕ ਆ, 1.5 ਫੁੱਟ 2 ਫੁੱਟ। ਵੱਡਾ ਬੱਕਰੇ ਦੇ ਵੀ ਇਹੀ, ਬੱਕਰੀ ਦਾ ਵੀ ਇਹੀ, ਬੱਚੇ ਵੀ ਮਤਲਬ ਉਹਨਾਂ ਦਾ ਇੱਥੇ ਆਣ ਕੇ ਰੁਕ ਜਾਂਦੇ ਆ। ਤੇ ਹੁਣ ਜੇ ਅਸੀਂ ਸ਼ੌਕ ਲਈ ਵੀ ਮਤਲਬ ਸ਼ੌਕ ਲਈ ਅਸੀਂ ਲੱਖ ਲੱਖ ਰੁਪਈਆ ਭਰਦੇ ਫਿਰੀਏ ਤੇ ਅਸੀਂ ਫਿਰ ਬੇਵਕੂਫ ਹੀ ਆ ਨਾ। ਸਾਨੂੰ ਕੌਣ ਬੰਦਾ ਕਹੇਗਾ, ਜਦੋਂ ਤੁਸੀਂ ਲੈ ਕੇ ਜਾਣੀ ਤੁਹਾਡੇ ਕੋਲ ਨਹੀਂ ਵਿਕਣੀ। ਅੱਛਾ, ਬਰੀਡ ਦੀ ਗੱਲ ਕਰਦੇ ਆ ਵੀ ਸਾਡੇ ਇਲਾਕੇ ਦੇ ਵਿੱਚ ਬੜੇ ਲੋਕਾਂ ਕੋਲ ਬਰੀਡ ਹੈ ਔਰ ਮਾਸ਼ਾਅੱਲਾ ਜ਼ਬਰਦਸਤ ਬਰੀਡ ਆ। ਇਹ ਮਤ ਸੋਚੋ ਵੀ ਉਹ ਮਹਿੰਗੇ ਮਹਿੰਗੇ ਵੇਚੀ ਜਾਂਦੇ ਆ। ਇਹ ਸੋਚੋ ਵੀ ਉਹ ਕਿੰਨੀ ਦੇਰ ਦਾ ਕੰਮ ਕਰਦੇ ਪਏ, ਉਹਨਾਂ ਦੀ ਮਿਹਨਤ ਉੱਤੇ ਕਿੰਨੀ ਹੋਈ ਆ। ਅੱਜ ਅਸੀਂ ਚੌੜੇ ਹੋ ਕੇ ਇਹ ਗੱਲ ਤਾਂ ਜ਼ਰੂਰ ਕਹਿ ਦਿੰਦੇ ਆ ਵੀ ਯਾਰ ਉਹਦੇ ਕੋਲ ਮੈਂ ਫਲਾਣੇ ਕੋਲ ਗਿਆ ਸੀ, ਉਹਨੇ ਪੈਸੇ ਬੜੇ ਮੰਗ ਲਏ। ਤੇ ਬਈ ਉਹਨੇ ਮੰਗਣੇ ਸੀ, ਉਹਦੀ ਮਜਬੂਰੀ ਆ, ਉਹਨੇ ਕੰਮ ਕੀਤਾ, ਉਹਨੇ ਮਿਹਨਤ ਕੀਤੀ ਆ। ਉਹ ਸਾਡੇ ਤਰ੍ਹਾਂ 2-4 ਮਹੀਨਿਆਂ ਦੇ ਵਿੱਚ 6 ਮਹੀਨਿਆਂ ਦੇ ਵਿੱਚ ਨਹੀਂ ਬਣਿਆ। ਉਹਦੀ ਹਿਸਟਰੀ ਫਰੋਲ ਕੇ ਦੇਖੋ ਉਹਨੇ ਕਿੱਥੇ ਤਾਈਂ ਪਿੱਛੇ ਕੰਮ ਕੀਤਾ। ਜੇ ਅੱਜ ਪੈਸੇ ਮੰਗਦਾ ਪਿਆ ਤੇ ਆਪਦੀ ਮਿਹਨਤ ਤੇ ਮੰਗਦਾ ਪਿਆ, ਹੋਰ ਬੱਕਰੀ ਦੇ ਨਹੀਂ ਮੰਗਦਾ ਪਿਆ ਤੁਹਾਡੇ ਕੋਲ, ਜਾਂ ਬੱਕਰੇ ਦੇ ਨਹੀਂ ਮੰਗਦਾ ਪਿਆ। ਅੱਛਾ, ਮੈਂ ਫਰਾਡ ਜਿਹੜਾ ਅਸਲ ਬਰੀਡ ਤੇ ਫਰਾਡ ਹੁੰਦਾ ਦੇਖਿਆ, ਉਹ ਇਹ ਹੁੰਦਾ ਦੇਖਿਆ, ਬੜੇ ਬੜੇ ਚੰਗੇ ਘਰ ਵੀ ਆ, ਬੜੇ ਬੜੇ ਗੰਦੇ ਘਰ ਵੀ ਆ ਵਿੱਚ। ਬਿਲ ਫਰਜ਼ ਮੱਖੀ ਜੀ ਨਾ ਰੰਗ ਆ ਲੇਲੇ ਦਾ, ਮੰਡੀ ਚੋਂ ਉਹ 5-7 ਦਿਨਾਂ ਦਾ 10 ਦਿਨਾਂ ਦਾ ਲੱਭ ਜਾਂਦਾ, ਉਹ ਚੱਕ ਕੇ ਆਪਦੀ ਬੱਕਰੀ ਥੱਲੇ ਪਾ ਲੈਣਾ। ਬਰੀਡ ਵਾਲੀ ਦੀ ਮੈਂ ਗੱਲ ਸੁਣਾ ਨਾ, ਬਰੀਡ ਦੀ ਲੇਲਾ ਚੱਕਿਆ, ਆਪਦੇ ਫਾਰਮ 'ਚ ਲੈ ਗਿਆ, ਉੱਥੇ ਜਾ ਕੇ ਆਪਦੀ ਬੱਕਰੀ ਦੇ ਥੱਲੇ ਪਾਤਾ, ਬੱਕਰੀ ਉਹਨੂੰ ਚੁਗਾਉਣ ਲੱਗ ਪਈ। ਮੈਂ ਗਿਆ ਬਿਲ ਫਰਜ਼, ਤੁਸੀਂ ਗਏ ਬਿਲ ਫਰਜ਼। ਭਾਈ ਜਾਨ ਬੱਕਰਾ ਚਾਹੀਦਾ ਤੁਹਾਡੀ ਬੱਕਰੀਆਂ ਵਾਲੀ ਨਸਲ ਦਾ? ਹਾਂਜੀ ਬਿਲਕੁਲ ਜੀ, ਬੱਕਰਾ ਫਿਰਦੇ ਆ, ਉਹ ਫਿਰਦੇ 3-4 ਫਿਰਦੇ, ਦੇਖ ਲਓ, ਪਸੰਦ ਕਰ ਲਓ। ਅਸੀਂ ਪਸੰਦ ਕਰ ਬੈਠੇ ਉਹ ਮੰਡੀ 'ਚ ਜਿਹੜਾ ਉਹਨੇ ਲਿਆਂਦਾ। ਬਿਲ ਫਰਜ਼ ਮੈਂ ਮਿਸਾਲ ਦਿੰਦਾ, ਉਹਨੇ ਨਹੀਂ ਸਾਨੂੰ ਦੱਸਣਾ ਵੀ ਇਹ ਮੈਂ ਮੰਡੀੋਂ ਲਿਆ ਸੀਗਾ, ਉਹਨੇ ਕਹਿਣਾ ਇਹਦੀ ਮਾਂ ਆ ਖੜੀ ਆ। ਅਸੀਂ ਬੜੇ ਖੁਸ਼ ਹੋ ਜਾਣਾ ਬੱਕਰੀ ਦਾ ਕੱਦ ਬੁੱਤ ਦੇਖ ਕੇ, ਬੱਕਰੀ ਦੀ ਨਕੌੜਾ ਦੇਖ ਕੇ, ਬੱਕਰੀ ਦੇ ਸਿੰਗ ਦੇਖ ਕੇ। ਤੇ ਬੱਚਾ ਮੇਰਾ ਵੀਰ ਉਦੋਂ ਹੋਣਾ 2 ਮਹੀਨਿਆਂ ਦਾ, ਉਹਦਾ ਹਜੇ ਪਤਾ ਪੁਤਾ ਕੋਈ ਨਹੀਂ ਹੋਣਾ ਵੀ ਇਹਨੇ ਮੂੰਹ ਕਿੱਦਾਂ ਦਾ ਬਣਾਉਣਾ, ਇਹਨੇ ਸਿੰਗ ਕਿੱਦਾਂ ਦੇ ਕੱਢਣੇ, ਇਹਨੇ ਕੀ ਵੇਲ ਛੇਲੇ ਦੀ ਕਿੱਦਾਂ ਦੀ ਹੋਣੀ, ਉਦੋਂ ਨਹੀਂ ਪਤਾ ਲੱਗਣਾ। ਅਸੀਂ ਉਹ ਲੇਲਾ ਲੈਣਾ ਬਿਲ ਫਰਜ਼, ਅਸੀਂ ਲੱਖ ਰੁਪਈਏ ਦਾ ਲੈ ਲੈਂਦੇ ਹਾਂ। ਅਸੀਂ ਤਾਂ ਉਹਦੇ ਇਤਮਾਦ ਤੇ ਲੈ ਲਿਆ ਨਾ ਵੀ ਉਹਦੀਆਂ ਬੱਕਰੀਆਂ ਜੋ 4-4 ਲੱਖ ਦੀਆਂ, 2.5-2.5 ਲੱਖ ਦੀਆਂ, 3-3 ਲੱਖ ਦੀਆਂ, ਅਸੀਂ ਤਾਂ ਉਹਦੇ ਇਤਮਾਦ ਤੇ ਲੈ ਲਿਆ ਵੀ ਆਪਦੀਆਂ ਬੱਕਰੀਆਂ ਜਾ ਕੇ ਚੜਾਂਗੇ। ਹੁੰਦਾ ਕੀ ਫਿਰ, ਹੁੰਦਾ ਇਹ ਆ ਵੀ ਜਦੋਂ ਅਸੀਂ ਬੱਕਰਾ ਹੁੰਦਾ ਵੱਡਾ, ਜਵਾਨੀ ਚੜ੍ਹਦਾ, ਮਤਲਬ ਦੋਂਦੇ ਦੇ ਕਰੀਬ ਹੁੰਦਾ, ਸਿੰਘ ਪੂਰੇ ਕੱਢਦਾ, ਉਹ ਫਿਰ ਉਹਦੇ ਪੱਟਾਂ ਦੇ ਜੱਤ ਵੀ ਏਡੀ ਏਡੀ ਲੰਮੀ ਲਮਕਦੀ ਹੁੰਦੀ, ਪੂਛਲ ਨੂੰ ਵੀ ਇੱਦਾਂ ਵੱਟ ਪਿਆ ਹੁੰਦਾ, ਮੋਢੇ ਤੇ ਰੱਖੀ ਹੁੰਦੀ ਉਹਨੇ, ਤੇ ਸਿੰਘਾਂ ਨੂੰ ਵੀ ਕੋਈ ਐਨ ਜਾਣਦਾ ਇਦਾਂ ਜਾ ਕਰਕੇ ਹੋਇਆ ਹੁੰਦਾ। ਮੇਰਾ ਵੀ ਇਹ ਫਰਾਡ ਹੁੰਦਾ ਪਿਆ ਬਰੀਡਿੰਗ ਤੇ ਬਹੁਤ ਘੱਟ, ਮੈਂ ਤੁਹਾਨੂੰ ਦੱਸਿਆ ਬਹੁਤ ਘੱਟ ਲੋਕ ਹੋਣਗੇ ਜਿਹੜੇ
ਬਰੀਡ ਨੂੰ ਇੰਪਰੂਵ ਕਰਦੇ ਆ ਤੇ ਮਤਲਬ ਜਿਹੜੀ ਚੀਜ਼ ਦਿਖਾਉਣੀ ਉਹੀ ਰਿਐਲਿਟੀ ਦੇਣੀ। ਉੱਥੋਂ ਉਹ 10,000 ਵੱਧ ਵੀ ਲੈ ਲੈਣ, ਸਾਨੂੰ ਨਹੀਂ ਦੁਖਦੇ, ਕਿਉਂ ਸਾਨੂੰ ਸ਼ੈ ਖਾਲਸ ਲੱਭ ਜੇ। ਅੱਜ ਪਾਕਿਸਤਾਨ ਦਾ ਅਲਮੀਆ ਇਹ ਆ, ਅਗਰ ਅਸੀਂ ਸਾਨੂੰ ਪੈਸੇ ਨਾਲ ਵੀ ਖਾਲਸ ਸ਼ੈ ਲੱਭ ਜੇ ਤੈਨੂੰ ਵੀ ਗਨੀਮਤ ਸਮਝੋ। ਅਸੀਂ ਉਸ ਚਿੱਕੀ ਦੇ ਵਿੱਚ ਵੜ ਚੁੱਕੇ ਜਿੱਥੇ ਅਸੀਂ ਬਿਲਕੁਲ ਨਿਕਲ ਹੀ ਨਹੀਂ ਸਕਦੇ। 2 ਨੰਬਰੀ ਸਾਡੇ ਦਿਮਾਗ 'ਚ ਖੱਪ ਖੱਪ ਵੜ ਗਈ, ਕਰਪਸ਼ਨ ਸਾਡੇ ਦਿਮਾਗ 'ਚ ਖੱਪ ਖੱਪ ਵੜਦੀ ਪਈ ਆ। ਅਸੀਂ ਉਸ ਗੱਲ ਦੀ ਸਾਨੂੰ ਟੈਨਸ਼ਨ ਨਹੀਂ, ਸਾਨੂੰ ਟੈਨਸ਼ਨ ਇਸ ਗੱਲ ਦੀ ਆ ਵੀ ਪੈਸੇ ਵੀ ਅਸੀਂ ਲਈ ਪਏ ਤੇ ਸਾਨੂੰ ਖਾਲਸ ਸ਼ੈ ਵੀ ਨਹੀਂ ਲੱਭਦੀ। ਤੇ ਯਾਦ ਰੱਖੋ, ਜਦੋਂ ਵੀ ਕੰਮ ਕਰੋ ਦੋਗਲੀ ਤੇ ਕਰੋ, ਬਰੀਡ ਨੂੰ ਖਹਿੜਾ ਛੱਡੋ। ਹਾਂ, ਅਗਰ ਤੁਹਾਨੂੰ ਅੱਲਾ ਨੇ ਸਰਮਾਇਆ ਦਿੱਤਾ ਤਾਂ ਮੈਂ ਅੱਗੇ ਵੀ ਗੱਲ ਕੀਤੀ, ਅਗਰ ਸਰਮਾਇਆ ਦਿੱਤਾ ਤੁਸੀਂ 1-2 ਨਗ ਬਰੀਡ ਦੇ ਰੱਖ ਲਓ, ਵਰਨਾ ਤੁਸੀਂ ਦੋਗਲੀ ਬੱਕਰੀ ਰੱਖੋ ਜਿਹਦੇ ਨਾਲ ਤੁਸੀਂ ਆਪਣਾ ਸ਼ੌਕ ਵੀ ਪੂਰਾ ਕਰ ਸਕਦੇ ਹੋ, ਆਪਣਾ ਇਨਵੈਸਟਮੈਂਟ ਵੀ ਥੋੜੀ ਕਰ ਲਾ ਸਕਦੇ ਹੋ ਤੇ ਪ੍ਰੋਫਿਟ ਵੀ ਕਮਾ ਸਕਦੇ ਹੋ। ਇਹ 2 ਗੱਲਾਂ ਜਿਹੜੀਆਂ ਅੱਜ ਸੀ ਬਰੀਡ ਤੇ ਦੋਗਲੀ ਬੱਕਰੀ ਤੇ ਫਰਕ, ਇਹ ਮੈਂ ਵੀਰਾਂ ਨੂੰ ਦੱਸਣਾ ਸੀ ਅੱਜ, ਕਿਉਂਕਿ ਨਵਾਂ ਚੈਨਲ ਆ। ਲਮਹਾ ਲਮਹਾ ਮਤਲਬ ਕਿਸ਼ਤ ਵਾਈਜ਼ ਆਪਾਂ ਰੂਟੀਨ ਨਾਲ ਚੱਲਣਾ ਵੀ ਕਿੱਦਾਂ ਸ਼ੁਰੂ ਹੋਏ ਆ ਤੇ ਕਿੱਦਾਂ ਫਾਰਮਿੰਗ ਹੋਣਾ। ਤੇ ਮੇਰੇ ਵੀਰ ਜਿਸ ਮੇਰੇ ਵੀਰ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਬੰਦਾ ਸਬਸਕ੍ਰਾਈਬ ਕਰ ਲਵੇ ਤੇ ਵੀਡੀਓ ਨੂੰ ਸ਼ੇਅਰ ਜ਼ਿਆਦਾ ਕਰਿਆ ਕਰੋ। ਪਤਾ ਨਹੀਂ ਹੁੰਦੀ ਹੈ ਕਿ ਨਹੀਂ ਹੁੰਦੀ। ਅੱਛਾ ਖੈਰ, ਉਹ ਵੀਡੀਓ ਚੰਗੀ ਲੱਗੇ, ਅੱਲਾ ਹਾਫਿਜ਼।